बिस्मिल्लाहिर्रहमानिर्रहीम जी। सारे जिमीदार भाइयों नू अस्सलाम वालेकुम। मैं तुहाडा होस्ट राय अकबर अली। साडे कोल काफ़ी काश्तकार जिमीदार पुछदे ने कि खीरा टनल दे विच लगाना है, असी सब्जी लगानी है, खीरा लगाना है, करेला लगाना है। इस वास्ते असी कोशिश की है। साडे एक दोस्त भरा मेहरबान रहमत साहब उन्हां कोल असी इत्थे आए हैं उकाड़े दे विच, भाई आजम ते मैं, ताकि जिमीदारां नू जिहड़ी फील्ड की गल है वह पता लगे। किताबी गल्लां होर होंदियां ने, इन्दियां किताबी गल्लां तुहानूं दस्सांगे। ये बड़ा रिस्की जा काम होंदा है ते इहदे विच वो चीज़ नहीं होनी। जिहड़ी फील्ड की प्रैक्टिकल गल हैगी है उनका फायदा होना है। ते असी रहमत भाई नूं मैं एक सादा जिहा जिमीदार बन के तुहाडी ज़बान बन के कुछ गल्लां पुछांगा। इंशाअल्लाह उम्मीद है कि सारियां गल्लां कवर हो जावणगियां। रहमत भाई बड़ा बड़ा शुक्रिया, तुसीं सानूं टाइम दिता जी। ते सब तो पहले ये दसो भी ये जिहड़ा आ खीरे वाला सैटअप है करेले वाला, ये किले विच असीं लाइए ते इहदा सिर्फ आ वांसां वूसां दा स्ट्रक्चर दा खर्चा किन्ना के अंदाजा? ये जो पैप लईए तो फिर 4 लाख का पैप मिलेगा तुहानूं लोहे दा 4 लाख दा। ठीक हो गया जी। ते बाकी नेट वगैरह ये नेट जिहड़ी आ एक जाली है 300 रुपए दी मिलदी पई बाजार चों। किले चों किन्नियां लग जांदियां ने? ये लैना दे हिसाब नाल अगर 90 लैना ते 90 जाली तकरीबन 30,000 दी जाली जिहड़ी है किले दी मिलेगी। ठीक हो गया। ते काला छापर काला छापर भी 25,000 रुपए दा किले दा तकरीबन 5 लाख ये हो गया। हाँ जी 5 लाख। ते बाकी जिहड़ा बी इंदा है जिन्हें पहले साल लावना वो तकरीबन 7 तो 8 लाख रुपया खर्चा 7 तो 8 लाख हो जाता। बी तो इलावा 20 समेत हर चीज 20 समेत हर चीज। चीज ते बी केड़ा चंगा तुसी पाया इंदा कंपनियां दी छंड करके? हाजी संध दा जेड़ा बी है ना वो सब तो महंगा महंगा बकाया जेड़ा बी 60-70,000 दा। ये हाजी संध दा जेड़ा बी है ना इस दफा जेड़ा सर्दी नहीं चली। ठीक है। कनजैला बी जेड़ा ये ते एक दो बी होर ने जेड़े सर्दी बर्दाश्त करदे ने। लेकिन हाजी संध दा जेड़ा बी बहुत महंगा लाया 2,11,000 दा। अच्छा किले दा ਉਹਨੇ ਸਰਦੀ ਬਰਦਾਸ਼ਤ ਆ। ਤੁਰਕੀ ਦਾ ਵੀ ਯਕੂਬ ਦੇ ਨਾਂ ਦਾ। ਅੱਛਾ ਜੀ। ਇਹਨੇ ਸਰਦੀ ਬਰਦਾਸ਼ਤ ਕੀਤੀ ਹੈ ਤੇ ਲੇਕਿਨ ਪੈਦਾਵਾਰ ਸਰਦੀ ਰੋਕੀ ਸੀ। ਸਰਦੀ ਬਹੁਤ ਜ਼ਿਆਦਾ ਇਸ ਦਫਾ ਪਈ ਤੇ ਹੁਣ ਆ ਤੇ ਜਿਹੜਾ ਨਾ ਸਟਾਰਟਿੰਗ ਹੋਈ ਪੈਦਾਵਾਰ। ਇਹ ਕਿਹੜੇ ਮਹੀਨੇ 'ਚ ਸ਼ੁਰੂ ਹੋਈ ਫਸਲ? ਇਹ 11-10ਵੇਂ ਦੀ ਲਾਈ ਹੈ 20 ਤਰੀਕ 10ਵੇਂ ਮਹੀਨੇ 'ਚ। ਤੇ ਹੁਣ ਅੱਗੇ ਕਿੰਨੇ ਕੁ ਮਹੀਨੇ ਹੋਰ ਚੱਲ ਜਾਣੀ? ਇਹ ਜੂਨ ਤਾਂ ਜਿੰਨਾ ਚਿਰ ਲੋ ਨਾ ਚੱਲੇ ਉਹਨਾਂ ਚਿਰ ਆਪਦੀ ਕੇਅਰ ਕਰਦੇ ਰਹੋ ਤੇਲੇ ਤੋਂ ਬਿਮਾਰੀ ਤੋਂ ਤੇ ਚੱਲਦੀ ਹੈ। ਫਿਰ ਤੇ 7-8 ਮਹੀਨੇ ਚੱਲ ਜਾਂਦੀ। 7 ਕੁ ਮਹੀਨੇ ਜਿਹੜੀ ਚੱਲ ਜਾਂਦੀ। ਤੇ ਪੈਦਾਵਾਰ ਕਿਹੜੇ ਮਹੀਨੇ 'ਚ ਅੱਛੀ ਰਹਿੰਦੀ ਹੈ? ਇਹ ਟੈਂਪਰੇਚਰ ਸਰਦੀ 'ਚ ਵੀ ਸੂਰਜ 2-3 ਘੰਟੇ ਨਿਕਲਦਾ ਰਹੇ ਤੇ ਟੈਂਪਰੇਚਰ ਜਿਹੜਾ ਫਿਰ ਫਰਵਰੀ 'ਚ ਮਾਰਚ 'ਚ ਤਾਂ ਬਹੁਤ ਜ਼ਿਆਦਾ ਹੋ ਜਾਂਦਾ। ਠੀਕ ਹੋ ਗਿਆ। ਤੇ ਜਿਹੜਾ ਨਾ ਦਸੰਬਰ ਤੇ ਜਨਵਰੀ ਦੇ ਵਿੱਚ ਸਰਦੀ ਦੀ ਵਜ੍ਹਾ ਤੋਂ ਫਿਰ ਥੋੜੀ ਘਟ ਜਾਂਦੀ। ਠੀਕ ਹੋ ਗਿਆ। ਉਹ ਜਦੋਂ ਫਿਰ ਛਾਪਰ ਉਤਰਦੇ ਨੇ ਫਿਰ ਪੈਦਾਵਾਰ ਜਾਰੀ ਹੋ ਜਾਂਦੀ। ਅੱਛਾ ਤੇ ਦੂਸਰਾ ਇਹ ਦੱਸੋ ਵੀ ਇਹਦੇ ਵਿੱਚ ਸਪਰੇਵਾਂ ਸੁਪਰੂਵਾਂ ਦਾ ਜਿਹੜਾ ਹਿਸਾਬ ਕਿਤਾਬ ਹੈ ਕਿੰਨਾ ਕੁ ਪੈ ਜਾਂਦਾ? ਇਹ ਜਿਹੜੀ ਅਸਲ ਫੰਗੀ ਸਾਈਡ ਤਾਂ ਚੌਥੇ ਦਿਨ ਦੇ ਹਿਸਾਬ ਨਾਲ ਕਰਨੀ ਚਾਹੀਦੀ, ਲਾਜ਼ਮੀ ਹੁੰਦੀ। ਤੇ ਖਾਦਾਂ ਜਦੋਂ ਤੁੜਾਈ ਕਰਨਾ ਉਹਲੇ ਨਾਈਟ੍ਰੋਫਾਸ ਉਹ ਅਸੀਂ ਤੇ ਪੋਟਾਸ਼ ਜਿਹੜੀ ਹੈ ਠੀਕ ਉਹ ਅਸੀਂ ਇਸਤੇਮਾਲ ਕਰਨੀ ਹੁੰਦੀ 10 ਕਿਲੋ ਹਿਸਾਬ ਨਾਲ। ਤੇ ਹੁਣ ਤੁਸੀਂ ਨੈਟ ਦੇ ਵਿੱਚ ਜਿਹੜਾ ਲਾਇਆ ਹੈ ਕਰੇਲਾ, ਇਹ ਕਦੋਂ ਤਾਈਂ ਚੱਲੇਗਾ? ਇਹ ਹੁਣ ਅੱਗੇ ਅਪ੍ਰੈਲ ਦੇ ਵਿੱਚ ਤਕਰੀਬਨ 15 ਤੋਂ ਬਾਅਦ ਸਟਾਰਟਿੰਗ ਹੋ ਗਈ। ਅਪ੍ਰੈਲ ਤੋਂ ਸਟਾਰਟ ਹੋਵੇਗਾ ਤੇ ਚੱਲੇਗਾ ਕਦੋਂ, ਕਿਹੜੇ ਮਹੀਨੇ? ਇਹ ਆਪਣੀ ਜਿਹੜੀ ਹੈ ਨਾ ਹਿਫਾਜ਼ਤ ਦੇ ਹਿਸਾਬ ਨਾਲ ਇਹ ਸ਼ਾਇਦ ਮੱਖੀ ਤੀਲੇ ਤੋਂ ਬਚਾਓ ਕੀਤੀ ਰੱਖੀ ਫਿਰ 10ਵੇਂ ਮਹੀਨੇ ਤੱਕ ਚੱਲ ਜਾਏਗਾ। ਅੱਛਾ ਜੇ ਸਫੈਦ ਮੱਖੀ ਨਾ ਕੰਟਰੋਲ ਹੋਈ ਥ੍ਰਿਪਸ ਵਗੈਰਾ ਤੇ ਫਿਰ ਇਹ ਜੂਨ ਦੇ ਵਿੱਚ ਹੀ ਲੋ ਜਦੋਂ ਚੱਲਦੀ ਹੈ ਠੀਕ ਹੈ ਉਧਰ ਮੱਖੀ ਦਾ ਜ਼ੋਰ ਹੋ ਜਾਵੇ ਉਧਰ ਨਾਲ ਦੂਸਰੀਆਂ ਬਿਮਾਰੀਆਂ ਫਿਰ ਉਹ ਤਾਕਤ ਹੁੰਦੀ ਨਹੀਂ ਰਹਿੰਦੀ। ਠੀਕ ਹੈ ਵਗੈਰਾ ਦਾ ਸ਼ਿਕਾਰ ਹੋ ਤੇ ਵੱਲਾਂ ਮਰਜਾ ਜਾਂਦੀਆਂ ਖਤਮ ਹੋ ਜਾਂਦੀਆਂ। ਤੇ ਇੰਦੀ ਅਗਰ ਅਸੀਂ ਕਿੱਲੇ ਦਾ ਕੱਢੀਏ ਇਹ ਮੋਟਾ ਜਿਹਾ ਹਿਸਾਬ ਕੱਢ ਸਕਨੇ ਆ ਕਿ ਇੰਨੀ ਕੁ ਬੱਚਤ ਹੋ ਸਕਦੀ? ਜੇ ਫਸਲ ਤੁਹਾਡੀ ਸਿਹਤਮੰਦ ਹੈ, ਖਾਦ ਖੂਦ ਤੁਸੀਂ ਸਹੀ ਪਾਉਂਦੇ ਪਏ ਜੀ ਫਿਰ ਤਾਂ ਇਹਦੀ ਪ੍ਰੋਫਿਟ ਕਾਫੀ ਹੈ ਨਾ। 5 ਲੱਖ ਤੋਂ ਉੱਪਰ ਚਲਾ ਜਾ 7 ਲੱਖ 8 ਲੱਖ 10 ਵੀ ਹੋ ਸਕਦਾ। 10 ਵੀ ਹੋ ਸਕਦਾ। ਲੇਕਿਨ ਜੇ ਹਿਫਾਜ਼ਤ ਨਾ ਹੋਵੇ ਤਾਂ ਫਿਰ ਉਹ ਤੁਹਾਡਾ ਖਰਚਾ ਵੀ ਨਹੀਂ ਪੂਰਾ ਹੋ ਸਕਦਾ। ਠੀਕ ਇਹ ਤਾਂ ਥੋੜਾ ਜਿਹਾ ਇਹ ਕੋਈ ਜਿਹਾ ਗਲਤ ਕੰਮ ਹੋ ਜਾਵੇ ਤੇ ਸਾਰਾ ਕੰਮ ਖਰਾਬ ਹੋ ਜਾਂਦਾ। ਜਿਹੜੀ ਇਹਨੂੰ ਲੇਬਰ ਤੋੜਦੀ ਏ ਉਹ ਥੋੜੀ ਜਿਹੀ ਸਪੈਸ਼ਲ ਲੇਬਰ ਹੋਵੇ, ਮਾਹਿਰ ਹੋਵੇ ਜਾਂ ਆਮ ਲੇਬਰ? ਉਹ ਜਿਹੜਾ ਬੰਦਾ ਲਾਉਂਦਾ ਉਹਨੂੰ ਹੀ ਪਤਾ ਹੋਣਾ ਚਾਹੀਦਾ। ਲੇਬਰ ਨੂੰ ਤਾਂ ਫਿਰ ਵੱਲ ਆ ਜਾਂਦਾ ਤੁੜਾਈ ਕਰਨੀ। ਠੀਕ ਹੋ ਗਿਆ। ਜਿਹੜਾ ਬੰਦਾ ਲਾਉਂਦਾ ਉਹਨੂੰ ਥੋੜਾ ਬਹੁਤ ਇਲਮ ਹੋਣਾ ਚਾਹੀਦਾ। ਲੇਬਰ ਦਾ ਖਰਚਾ ਕਿੰਨਾ ਕਿ? ਲੇਬਰ ਜਿਹੜੀ ਉਹ ਦਿਹਾੜੀ ਦਾ ਹਿਸਾਬ ਹੈ। ਨਹੀਂ ਵੈਸੇ ਸੀਜ਼ਨ ਦਾ ਸੀਜ਼ਨ ਦਾ ਖਰਚਾ ਇਹ ਹੁਣ ਟੋਟਲ ਕੋਈ ਨਹੀਂ ਲਾਇਆ। ਰੋਜ਼ਾਨਾ ਦਾ ਮੇਰਾ ਹੁਣ 15-16 ਹਜ਼ਾਰ ਰੁਪਏ ਦਿਹਾੜੀ ਦਾ ਬਣ ਜਾਂਦਾ।
ਲੇਬਰ ਦਾ ਲੇਬਰ ਠੀਕ ਹੈ। ਤੇ ਮੰਡੀ ਦੇ ਵਿੱਚ ਕਿਹੜੇ ਮਹੀਨੇ ਦੇ ਵਿੱਚ ਖੀਰਾ ਤੇਜ਼ ਹੁੰਦਾ ਹੈ? ਮਾਰਕੀਟ ਵਿੱਚ ਜਦੋਂ ਘਟ ਆਵੇ ਰੇਟ ਤਾਂ ਉਦੋਂ ਹੀ ਬੰਦ ਹੋਣਾ। ਅੰਦਾਜ਼ਾ ਕਿਹੜੇ ਮਹੀਨੇ ਤੇਜ਼ੀ ਹੁੰਦੀ? ਇਹਦਾ ਜਿਹੜਾ ਜਨਵਰੀ ਦੇ ਵਿੱਚ ਤੇ ਫਰਵਰੀ ਦਾ ਅੱਧ ਤੇ ਜਨਵਰੀ ਦਾ ਮਹੀਨਾ ਉਹ ਤੇਜ਼ੀ ਹੁੰਦੀ। ਉਹ ਰੇਟ ਜਿਹੜਾ ਤਕਰੀਬਨ ਠੀਕ। ਤੇ ਦੂਏ ਦੀ ਕਰੇਲੇ ਦੀ? ਕਰੇਲਾ ਜਿਹੜਾ ਉਹ ਹੁਣ ਅਪ੍ਰੈਲ ਜਿਹੜਾ ਮਈ ਦੀ ਸਟਾਰਟਿੰਗ ਵਿੱਚ ਆ ਜਾਵੇ ਉਹ ਤੇਜ਼ ਹੁੰਦਾ। ਉਹ ਉਹਦਾ ਰੇਟ ਠੀਕ ਰਹਿੰਦਾ। ਠੀਕ ਹੋ ਗਿਆ। ਤੇ ਇਹਦੇ ਵਿੱਚ ਨੈਟ 'ਚ ਹੋਰ ਕਿਹੜੀ ਕਿਹੜੀ ਸਬਜ਼ੀ ਲਾ ਸਕਦੇ? ਨੈਟ ਦੇ ਵਿੱਚ ਕੱਦੂ ਵੀ, ਤੋਰੀ ਵੀ ਲੱਗਦੀ ਵੀ, ਕਰੇਲਾ। ਇਹ ਹੁਣ ਆ ਖੀਰਾ ਖਤਮ ਹੋ ਜਾਣਾ, ਇਸ ਤੋਂ ਬਾਅਦ ਇੱਥੇ ਤੁਸੀਂ ਕੀ ਲਿਆਉਣਾ? ਇੱਥੇ ਅਸੀਂ ਮੁੰਜੀ ਲਾਵਾਂਗੇ ਤਾਂ ਕਿ ਜ਼ਮੀਨ ਜਿਹੜੀ ਉਹ ਫਿਰ ਫਰੈਸ਼ ਹੋ ਜਾਏ, ਫਰੈਸ਼ ਹੋ ਜਾਏ ਔਰ ਜਿਹੜਾ ਗੰਦ ਜੜੀ ਬੂਟੀਆਂ ਖਤਮ ਹੋ ਜਾਣ। ਦੁਬਾਰਾ ਫਿਰ ਉੱਤੇ ਨੈਟ ਲੈ ਫਿਰ ਦੁਬਾਰਾ ਖੀਰਾ ਲਾ ਸਾਨੂੰ ਜ਼ਮੀਨ ਦੀ ਗਰੀਵੇਂ ਖੜਾ ਰਹੇ ਤੋਂ ਪਰ ਅਗਾ ਜਿਹੜਾ ਤੁਸੀਂ ਸਾਨੂੰ ਖਾਟ ਕੋਟ ਮਾਈਨ ਦੇ ਨਾਲ ਫੰਗੀ ਸਾਈਡ ਜਿਹੜੀ ਜ਼ਮੀਨ ਦੇ ਵਿੱਚ ਜਰਾ ਉਹ ਖਤਮ ਹੋਣ ਨਾਲ ਕੋਈ ਬਚਤ ਹੋ ਸਕਦੀ। ਬਿਲਕੁਲ। ਨਹੀਂ ਤਾਂ ਅਸੀਂ ਖੀਰੇ ਵਾਲੀ ਜਗ੍ਹਾ ਖੀਰਾ ਲਾਉਣ ਪੈਦਾਵਾਰ ਵੀ ਘੱਟਦੀ, ਬਿਮਾਰੀ ਵੀ ਜ਼ਿਆਦਾ ਆਉਂਦੀ। ਬਿਮਾਰੀ ਜ਼ਿਆਦਾ ਹੁੰਦੀ। ਉਹ ਹਿਸਾਬ। ਤੇ ਇਹ ਜਿਹੜੀ ਸੋਟੀ ਵਾਲੀ ਸਟਰਕਚਰ ਹੈ ਇਹਦਾ ਤੇ ਲੋਹੇ ਵਾਲੇ ਪੈਪ ਦਾ ਕਿੰਨਾ ਕੁ ਫਰਕ? ਸੋਟੀ ਵਾਲੀ ਜਿਹੜੀ ਹੈ ਨਾ ਇਹ ਗੁਜ਼ਾਰੇ ਤੌਰ ਤੇ ਇਹਨੇ ਛਾਪਰ ਵੀ ਪਾੜਨਾ, ਇਹ ਸੋਟੀਆਂ ਲੱਗਣੀਆਂ ਵੀ ਜ਼ਿਆਦਾ ਤੇ ਖਰਚਾ ਬੇਕਾਰ ਜਾਂਦਾ। ਜੇ ਕਿਸੇ ਗੁਜ਼ਾਰਾ ਕਰਨਾ ਹੋਵੇ ਤਾਂ ਹੋ ਜਾਂਦਾ। ਇਹ ਲੱਗਣਾ 12-13 ਫੁੱਟ ਦੇ ਪੈਪ, ਉਹ ਲੱਗਣਾ 5-7 ਫੁੱਟ ਦੀ ਸੋਟੀ। ਉਹ ਇੱਕ ਸਾਲ ਦੂਸਰੇ ਤੇ ਸੰਭਾਲ ਤੇ ਰੱਖਿਓ 4-5 ਸਾਲ ਚੱਲ ਜਾਂਦੇ। ਛਾਪਰ ਇੱਕੋ ਸੀਜ਼ਨ ਚੱਲਦਾ ਉਤਲਾ? ਹਾਂ ਜੇ ਸੰਭਾਲ ਤੇ ਅਸੀਂ ਰੱਖਿਆ ਉਹ ਕਰੇਲੇ ਦੇ ਪਾ ਲਈਦਾ। ਤੇ ਥੱਲੇ ਵਾਲਾ ਛਾਪਰ ਹੈ ਕਿੰਨੀ ਦੇਰ ਬਾਅਦ? ਸਾਲ ਚੱਲ ਜਾਂਦਾ? ਬਸ ਇੱਕੋ ਸੀਜ਼ਨ। ਅੱਛਾ ਇੱਕੋ ਸੀਜ਼ਨ। ਤੇ ਦੂਸਰਾ ਇਹ ਦੱਸੋ ਵੀ ਇਹਦੇ ਵਿੱਚ ਤੁਸੀਂ ਕੀ ਸਮਝਦੇ ਜੇ ਸਭ ਤੋਂ ਮੋਲਕ ਬਿਮਾਰੀ ਡਾਉਣੀ? ਫੰਗੀ ਸਾਈਡ ਜਿਹੜੀਆਂ ਬਿਮਾਰੀਆਂ ਨੇ ਉਹ ਬਹੁਤ ਜ਼ਿਆਦਾ। ਜੀ ਰਹਿਮਤ ਭਾਈ ਬਹੁਤ ਬਹੁਤ ਸ਼ੁਕਰੀਆ ਜੀ। ਤੇ ਬੜੇ ਘੱਟ ਜ਼ਿਮੀਂਦਾਰ ਹੁੰਦੇ ਨੇ ਜਿਹੜੇ ਸਿੱਧੀ ਗੱਲ ਸਾਰੀ ਸਾਫ਼ ਸੁਥਰੀ ਕਰ ਦਿੰਦੇ ਨੇ। ਇਹ ਸਾਡੇ ਜ਼ਿਮੀਂਦਾਰ ਭਰਾਵਾਂ ਦਾ ਇਹ ਫਾਇਦਾ ਹੈ। ਇਹਦੇ ਵਿੱਚ ਅੱਲਾਹ ਪਾਕ ਨੇ ਬਰਕਤ ਰੱਖੀ ਹੈ। ਮਿਹਨਤ ਹੈਗੀ, ਮਿਹਨਤ ਹੈਗੀ ਹੈ। ਮਿਹਨਤ ਕਰੋ ਤੇ ਆਪਣਾ ਜਿਹੜਾ ਕਮਾਓ। ਤੇ ਅਸੀਂ ਬੜੇ ਸ਼ੁਕਰਗੁਜ਼ਾਰ ਹੈਗੇ ਆ। ਕਿਸੇ ਦੋਸਤ ਨੇ ਮਜ਼ੀਦ ਕੋਈ ਮਾਲੂਮਾਤ ਲੈਣੀ ਹੋਵੇ ਜਾਂ ਕੋਈ ਪੁੱਛਣਾ ਹੋਵੇ ਤੇ ਉਹ WhatsApp ਗਰੁੱਪ ਜੁਆਇਨ ਕਰੇ ਜਾਂ ਮੈਨੂੰ ਪਰਸਨਲ ਮੈਸੇਜ ਕਰੇ। ਮੈਂ ਉਹਦੇ ਮੁਤਲਕ ਜਿੰਨੀ ਹੋ ਸਕੇ ਭਾਈਆਂ ਨੂੰ ਮਾਲੂਮਾਤ ਦਿਆਂਗਾ ਜੀ। ਬਹੁਤ ਸ਼ੁਕਰੀਆ। अस्सलाम वालेकुम।